ਸਤਿ ਸ਼੍ਰੀ ਅਕਾਲ। ਵੇਖ ਰਹੇ ਹੋ ਤੁਸੀਂ ਅਜੀਤ ਵੈਬ ਟੀਵੀ। ਮੈਂ ਹਾਂ ਨੀਲਮ ਸੈਣੀ। ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਚੋਣਵੀਆਂ ਖਬਰਾਂ ਤੇ। ਆਫਲਾਈਨ ਹੋਵੇਗੀ CBSE 12ਵੀਂ ਦੀ ਪ੍ਰੀਖਿਆ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਦਾ ਕਦੇ ਵੀ ਹੋ ਸਕਦਾ ਹੈ ਹਾਰਟ ਫੇਲ। ਸ਼ਹੀਦ ਆਜ਼ਮ ਭਗਤ ਸਿੰਘ ਦੇ ਭਤੀਜੇ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ। ਸ਼੍ਰੋਮਣੀ ਕਮੇਟੀ ਵੱਲੋਂ ਰੂਪਨਗਰ ਵਿਖੇ 7ਵੇਂ ਕੋਵਿਡ ਕੇਅਰ ਸੈਂਟਰ ਦੀ ਕੀਤੀ ਗਈ ਸ਼ੁਰੂਆਤ। ਦਿੱਲੀ ਵਿੱਚ 31 ਮਈ ਤੱਕ ਤਾਲਾਬੰਦੀ ਦਾ ਐਲਾਨ। ਅਤੇ ਹੁਣ ਖਬਰਾਂ ਦਾ ਵਿਸਥਾਰ। CBSE ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਲਈ ਅੱਜ ਕੇਂਦਰੀ ਸਿੱਖਿਆ ਮੰਤਰੀ ਦੀ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੇ ਨਾਲ ਮੀਟਿੰਗ ਹੋਈ। ਇਹ ਮੀਟਿੰਗ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਪ੍ਰਕਾਸ਼ ਜਾਵੜੇਕਰ ਵੀ ਸ਼ਾਮਿਲ ਸੀ। ਜਾਣਕਾਰੀ ਮਿਲੀ ਹੈ ਕਿ ਇਹ ਪ੍ਰੀਖਿਆ ਜੂਨ ਦੇ ਆਖਰੀ ਹਫ਼ਤੇ ਕਰਵਾਈ ਜਾ ਸਕਦੀ ਹੈ ਅਤੇ ਤਾਰੀਖਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। 12ਵੀਂ ਜਮਾਤ ਦੀ ਪ੍ਰੀਖਿਆ ਆਬਜੈਕਟਿਵ ਟਾਈਪ ਪੇਪਰ ਜ਼ਰੀਏ ਹੋਵੇਗੀ। ਪ੍ਰੀਖਿਆ ਕਰਵਾਉਣ ਲਈ ਦਿੱਲੀ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨੇ ਸਹਿਮਤੀ ਜਤਾਈ ਹੈ। ਮੀਟਿੰਗ ਦੇ ਵਿੱਚ ਇਹ ਵੀ ਸਹਿਮਤੀ ਬਣੀ ਹੈ ਕਿ ਵਿਦਿਆਰਥੀਆਂ ਦੀ ਪ੍ਰੀਖਿਆ ਉਹਨਾਂ ਦੇ ਹੋਮ ਸੈਂਟਰ ਵਿੱਚ ਹੀ ਕਰਾਈ ਜਾਵੇਗੀ ਅਤੇ ਸੈਂਟਰਾਂ ਨੂੰ ਪਾਸਵਰਡ ਵਾਲਾ ਪੇਪਰ ਭੇਜਿਆ ਜਾਵੇਗਾ। ਕੇਂਦਰੀ ਸਿੱਖਿਆ ਮੰਤਰੀ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਕਰਵਾਉਣ ਲਈ ਲਿਖਤੀ ਸੁਝਾਅ 25 ਮਈ ਤੱਕ केंद्र ਨੂੰ ਭੇਜਣ। ਉੱਥੇ ਹੀ महाराष्ट्र ਦੀ ਸਿੱਖਿਆ ਮੰਤਰੀ ਦਾ ਕਹਿਣਾ है कि विद्यार्थियों की पहल सुरक्षा है। CBSE की जो आज हमारी चर्चा हो गई थी उसमें माननीय केंद्रीय मंत्री राजनाथ सिंह जी थे, शिक्षण मंत्री थे, प्रकाश जावड़ेकर जी थे, स्मृति ईरानी जी थी और बहुत सारे राज्यों के मुख्यमंत्री थे और उप मुख्यमंत्री और सब शिक्षा मंत्री और शिक्षा सचिव इस मीटिंग में थे। और चर्चा इसी बात पे थी कि किस तरह से आने वाली CBSE की एग्जामिनेशन को जाना है। तो हमने वही कहा है कि आपको राज्य की परिस्थिति को आपको ध्यान में रखना पड़ेगा और जिस तरह से हमारी सबसे बड़ी देश की प्राथमिकता आज ये है कि जो आज ट्रेंड जो आ रहा है वो पहला स्टैंड से आज का स्टैंड अलग है और तीसरा हम लोग जो बात कर रहे हैं उसके लिए भी हमें प्रिपेयर्ड होना चाहिए। उसका सबसे ज़्यादा इम्पैक्ट अगर किसी पे होने वाला है तो बच्चों पे होने वाला है। माननीय मुख्यमंत्री जी आज टास्क फोर्स की मीटिंग ले रहे हैं जिसमें इसी पे चर्चा चल रही है। तो हमने उनको वही कहा कि हमें पूरे सुरक्षित वातावरण बच्चों को देना होगा। हमारे लिए सबसे बड़ी प्राथमिकता अगर कुछ है तो बच्चों की हेल्थ है। आज बच्चे 1.5 साल से आप सभी लोग को मालूम है कि परीक्षा की तैयारी कर रहे हैं। पेरेंट्स में कहीं ना कहीं एक संभ्रम की भावना है, तो हमें ऐसे ही कुछ सोल्यूशन पे जाना पड़ेगा जो बच्चों के हित में हो। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਸ਼ਿਵ ਮੰਦਿਰ ਦੇ ਸਰੋਵਰ ਦੇ ਨੀਂਹ ਪੱਥਰ ਮੌਕੇ ਕਾਂਗਰਸ ਸਰਕਾਰ ਤੇ ਜੰਮ ਕੇ ਨਿਸ਼ਾਨੇ ਵੀ ਨਿਕਾਏ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਦੇ ਵੀ ਹਾਰਟ ਫੇਲ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਲਈ ਜਾਣੀ ਜਾਂਦੀ ਹੈ। ਉੱਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਤੰਜ ਕੱਸਦਿਆਂ ਕਿਹਾ ਕਿ ਇਹ ਤਾਂ ਟਵਿੱਟਰ ਖੇਡ ਰਿਹਾ ਹੈ ਅਤੇ ਮੁੱਖ ਮੰਤਰੀ ਪਾਕਿਸਤਾਨ ਦੇ ਚੀਕੂ ਦੀ ਗੱਲ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਦੋਵੇਂ ਪੰਜਾਬ ਲਈ ਸੰਜੀਦਾ ਨਹੀਂ ਹੈ। खुशी की गल है कि परमात्मा ने गुरु रामदास महाराज की इस पवित्र नगरी की भाईचारक सांझ खातर पहला भी सेवा, चाहे वह विरासती मार्ग है, चाहे राम तीरथ है, भगवान वाल्मीकि जी का पवित्र थां, जहाँ दुर्गियाना मंदिर है, जहाँ कुरालगढ़ च गुरु रविदास जी महाराज का है, जहाँ विरासते खालसा है। ये सारिया सेवावां जिवें पहला भी परमात्मा ने कृपा करके साडे कोलों श्रोमणी अकाली दल कोलों, बाल साहब कोलों, सुखबीर जी कोलों लई है, अज भी बड़ी वड्डी कृपा की है परमात्मा ने। भगवान शिव जी ने ये सेवा जिहड़ा सारियां दे सहयोग सदका सानूं इत्थे करन दा मौका मिल रहा। देखो पंजाब दी सरकार आप ICU च है, ये पता नहीं किहड़े वेले हार्ट फेल हो जाना सरकार दा। रोज़ तो छित्रो छित्री होंदे आ। कई इन्हां दे आला लीडर, कोई कहंदा दिल्ली चलो, कोई कहंदा लाहौर चलो, मतलब पंजाब च रहण दी गल कोई नहीं करदा। लोकां दी कोरोना नाल डैथ रेट नैशनल एवरेज 1.1%, पंजाब दी एवरेज 2.5%, डबल 13,000 ਤੋਂ ਨੇੜੇ ਤੇਰੇ ਮੌਤਾਂ ਹੋ ਗਈਆਂ। ਉੱਥੇ ਦੂਜੇ ਪਾਸੇ ਪ੍ਰੋਗਰਾਮ ਦੌਰਾਨ ਸੈਂਕੜਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਪਹੁੰਚੇ ਸੀ। ਇਸ ਦੌਰਾਨ ਸਮਾਜਿਕ ਦੂਰੀ ਦੀਆਂ ਧੱਜੀਆਂ ਉੜੀਆਂ, ਜਿਸ ਨੂੰ ਲੈ ਕੇ ਪ੍ਰਬੰਧਕ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਹਾਲਤ ਨੂੰ ਮੈਂ ਥੱਲੇ ਦਾ ਸਿਸਟਮ ਵੇਖਿਆ ਹਾਲਤ ਨੂੰ ਜਾ ਕੇ ਥੱਲੇ ਬਾਹਰ ਤੇ ਪੁਲਿਸ ਵੱਲੋਂ ਮੌਕੇ ਤੇ ਵੀਡੀਓ ਬਣਾਈ ਹੈ ਜੀ।
ਪੁਲਿਸ ਵੱਲੋਂ ਮੌਕੇ ਤੇ ਵੀਡੀਓ ਬਣਾਈ ਸਰ ਅਗਰ ਜੇ ਜਿਵੇਂ ਇਹਨਾਂ ਨੇ ਅਣਗਹਿਲੀ ਕੀਤੀ ਕੋਈ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਇਹਨਾਂ ਦੇ ਖਿਲਾਫ ਜੀ ਹੋ ਸਕਦਾ ਤੇ ਕੌਣ ਮੇਨ ਅਕਿਊਜ਼ ਰੱਖਿਆ ਗਿਆ ਜੀ ਚ ਪਰਮਿੰਦਰ ਸਿੰਘ ਬੱਲਾ ਜੀ ਨੇ ਕਰਵਾਇਆ ਜੀ ਉਹਨਾਂ ਦੇ ਤੇ ਦੋਨਾਂ ਲੈਣੇ ਤੇ ਸਰ ਕੋਈ ਆਲਾ ਅਧਿਕਾਰੀਆਂ ਨਾਲ ਗੱਲਬਾਤ ਕਰ ਲਿੱਤੀ ਗਈ ਹੈ ਜੀ ਇਸ ਕਰ ਰਹੇ ਹਾਂ ਜੀ, ਚੱਲ ਰਹੀ ਗੱਲਬਾਤ। ਤੇ ਵਿਕਰਮ ਸਿੰਘ ਮਜੀਠੀਆ ਵੀ ਆਏ ਸੀਗੇ ਉਹਨਾਂ ਦੇ ਖਿਲਾਫ ਹੀ ਹੋ ਸਕਦੀ ਕਾਰਵਾਈ ਕਿ ਹੁਣ ਨਹੀਂ ਉਹ ਤਾਂ ਵੈਸੇ ਬਤੌਰ ਮਤਲਬ ਕਿ ਮੱਥਾ ਟੇਕਣ ਆਏ ਨੇ ਉਹਨਾਂ ਦੇ ਵਿੱਚ ਚੱਲ ਰਿਹਾ ਸਰ। ਸ਼ਹੀਦ ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਤੋਂ ਇਲਾਵਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਹੋਰ ਆਗੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਸਾਲ ਅੰਦੋਲਨ ਚੱਲਿਆ ਸੀ ਅਤੇ ਕਿਸਾਨ ਅੰਦੋਲਨ ਨੂੰ 6 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਿਆ ਹੈ। ਹੋਰ ਜਿੰਨਾ ਵੀ ਸਮਾਂ ਉਹਨਾਂ ਨੂੰ ਅੰਦੋਲਨ ਕਰਨਾ ਪਿਆ ਉਹ ਕਰਨਗੇ, ਪਰ ਇਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ। ਉਹਨਾਂ ਕਿਹਾ ਕਿ 26 ਤਰੀਕ ਨੂੰ ਕਿਸਾਨ ਬਲੈਕ ਡੇ ਮਨਾਉਣਗੇ ਅਤੇ ਟਰੈਕਟਰਾਂ ਤੇ ਘਰਾਂ ਤੇ ਕਾਲੇ ਝੰਡੇ ਲਗਾ ਕੇ ਕਾਲੇ ਕੱਪੜੇ ਪਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕਰਨਗੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ 26 ਤਰੀਕ ਹਰ ਮਹੀਨੇ ਆਉਂਦੀ ਹੈ ਤੇ ਕਿਸਾਨ ਆਗੂ ਕਿਸੇ ਵੀ ਸਮਾਂ ਕੋਈ ਵੀ ਵੱਡਾ ਐਲਾਨ ਕਰ ਸਕਦੇ ਨੇ। आपने संयुक्त मोर्चे वालों लेटर भी लिखी है प्रधानमंत्री हाँ लेटर लिखी कोई गलबात की कोई आस है आपको? नहीं वो ये कह रहे थे पिछले 4 महीने से कि प्रधानमंत्री एक कॉल की दूरी पे है जी। हमें फोन नंबर तो 4 महीने से नहीं मिला भाई, हम चिट्ठी लिख दो, क्योंकि पहले चिट्ठी पत्री का जमाना था, लेटर लिखते थे उसका जवाब आ जाता था 7, 8, 10 दिन में। तो 4 महीने लेट क्यों हो गया? पहले क्यों ना पहले भी पता होगा, दरवाजे पे बैठे उनके दरवाजे पे बैठे कि खोलते ही हम आप उनके बाहर बैठे दिल्ली के चारों तरफ, और हमने बता दिया कि चिट्ठी लिख दी, हम बात करना चाहते हैं। अब हमें समाज, प्रेस, देश, दुनिया ये नहीं कहने की हम बात करना नहीं चाहते, हम बात करना चाहते हैं सरकार से। जहां से बात खत्म हुई वहां से ही बात की शुरुआत होगी। सरकार की कोई मंशा लगती है आपको बात करने? अभी तो नहीं लगती, तो आगे लगेगा, इसमें मुझे लगेगा कि टाइम लगेगा इसमें। सरकार के और मंत्री कह रहे हैं सरकार के मंत्री कह रहे हैं कि खेती कानून रद्द करने के अलावा कोई बात करना चाहते हैं किसान? ना कोई नहीं बात करना चाहते, हम खेती कानून रद्द से अलग नहीं कोई बात करना चाहते। ਡਾਕਟਰ ਦਲਜੀਤ ਸਿੰਘ ਚੀਮਾ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੂਪਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਰੋਪੜ ਵਿਖੇ 7ਵੇਂ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਕੋਵਿਡ ਕੇਅਰ ਸੈਂਟਰ ਲਈ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ 25 ਬਿਸਤਰਿਆਂ ਦਾ ਸੈਂਟਰ ਤਿਆਰ ਕੀਤਾ ਗਿਆ ਹੈ। ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਇਸ ਕੇਅਰ ਸੈਂਟਰ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਸੈਂਟਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ 25 ਬੈੱਡ ਦੇ ਇਸ 7ਵੇਂ ਕੋਵਿਡ ਕੇਅਰ ਸੈਂਟਰ ਵਿੱਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸਹੂਲਤ ਹੋਵੇਗੀ। ਅੱਜ ਰੋਪੜ ਸ਼ਹਿਰ 'ਚ ਅਸੀਂ ਹੈ ਗੁਰਦੁਆਰਾ ਭੱਠਾ ਸਾਹਿਬ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 7ਵਾਂ ਕੋਵਿਡ ਸੈਂਟਰ ਅਸੀਂ 10 ਦਿਨਾਂ 'ਚ ਖੋਲ੍ਹਿਆ। ਇੱਥੇ 25 ਬਿਸਤਰਿਆਂ ਦਾ ਹਸਪਤਾਲ ਆ, ਪੂਰਾ ਹਾਲ ਬਹੁਤ ਵਧੀਆ ਇੰਤਜ਼ਾਮ ਡਾਕਟਰ ਚੀਮਾ ਜੀ ਨੇ ਕੀਤਾ। ਮੈਂ ਬੀਬੀ ਜਗੀਰ ਕੌਰ ਜੀ ਦਾ ਧੰਨਵਾਦ ਤਾਂ ਕਰਦਾ ਹੀ, ਹਰ ਰੋਜ਼ ਕਰਦਾ ਹੈ। ਅੱਜ ਮੈਂ ਡਾਕਟਰ ਚੀਮੇ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਦਿਨ ਰਾਤ ਡਾਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ। ਜਦੋਂ ਦਾ ਪਲਾਨ ਬਣਾਇਆ ਕਿ ਸੈਂਟਰ ਖੋਲ੍ਹਣੇ ਆ, ਉਹਨਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਇੱਥੇ ਬੜੀ ਲੋੜ ਹੈ ਅਤੇ ਉਹਨਾਂ ਨੇ ਬੜੀ ਇੰਤਜ਼ਾਮ ਕੀਤੀ। ਅਤੇ ਮੈਂ ਧੰਨਵਾਦੀ ਹਾਂ ਜਿਹੜੇ ਇੱਥੋਂ ਦੀ ਰੋਪੜ ਸ਼ਹਿਰ ਦੇ ਇਲਾਕੇ ਜ਼ਿਲ੍ਹੇ ਦੇ ਆਏ ਨੇ ਜਿਹੜੇ ਡਾਕਟਰਸ ਹਨ, ਉਹਨਾਂ ਦਾ ਬਹੁਤ ਵੱਡਾ ਸਾਥ ਹੈ। ਦਿੱਲੀ ਵਿੱਚ ਤਾਲਾਬੰਦੀ ਨੂੰ ਇੱਕ ਹਫ਼ਤਾ ਹੋਰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ
ਕਿ ਦਿੱਲੀ ਵਿੱਚ ਤਾਲਾਬੰਦੀ 31 ਮਈ ਸਵੇਰ ਤੱਕ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਕੇਸ ਹੋਰ ਘਟੇ ਤਾਂ 31 ਮਈ ਤੋਂ ਬਾਅਦ ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੁਰੰਤ ਅਨਲੌਕ ਕਰਨਾ ਚੰਗਾ ਨਹੀਂ ਹੋਵੇਗਾ, ਇਸ ਲਈ 31 ਮਈ ਤੋਂ ਅਸੀਂ ਹੌਲੀ-ਹੌਲੀ ਤਾਲਾਬੰਦੀ ਖੋਲ੍ਹਣਾ ਸ਼ੁਰੂ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਸਾਡੀ ਸਭ ਤੋਂ ਵੱਡੀ ਤਰਜੀਹ ਦਿੱਲੀ ਦੇ ਲੋਕਾਂ ਨੂੰ जल्दी तो जल्दी टीका लगवाना है। तो युद्ध अभी बाकी है, अभी पूरा नहीं हुआ है और अभी भी 1000 से ज़्यादा केस आ रहे हैं। तो पिछले 24 घंटों में मैंने खूब लोगों से पूछा क्या करना चाहिए। जो भी निर्णय होगा हम मिल के लेंगे, दिल्ली के लोग मिल के निर्णय लेंगे। तो एक आम राय ये बन रही है लोगों की कि 1 हफ्ते के लिए लॉकडाउन और बढ़ा देना चाहिए, क्योंकि अभी अगर लॉकडाउन खोल दिया और जो कुछ हमने पिछले 1 महीने की इतनी कड़ी मेहनत, संघर्ष और त्याग की वजह से पाया है, कहीं वो ख़त्म ना हो जाए। तो सबकी आम राय ये है कि 1 हफ्ते के लिए और लॉकडाउन खोल देना चाहिए। तो दिल्ली सरकार ने ये निर्णय लिया है कि 1 हफ्ते के लिए लॉकडाउन और बढ़ाया जा रहा है। अगले सोमवार 31 तारीख की सुबह 5 बजे तक के लिए लॉकडाउन बढ़ाया जा रहा है। ਬਠਿੰਡਾ ਦੇ ਪਿੰਡ ਨੰਦਗੜ੍ਹ ਕੋਟੜਾ ਦੇ ਗੁਰਦੁਆਰਾ ਸਾਹਿਬ ਵਿੱਚ ਤੈਨਾਤ ਇੱਕ 60-65 ਸਾਲ ਦੇ ਗ੍ਰੰਥੀ ਗੁਰਨਾਮ ਸਿੰਘ ਨੂੰ ਬੱਚੀ ਨਾਲ ਗਲਤ ਹਰਕਤਾਂ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰੰਥੀ ਦਾ ਪਿੰਡ ਕੋਰਿਆਣਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਘਟਨਾ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਗ੍ਰੰਥੀ ਨੂੰ ਭੱਜਣ ਦੇ ਡਰੋਂ ਥੰਮਲੇ ਨਾਲ ਬੰਨ੍ਹ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗ੍ਰੰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸੰਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇੱਕ ਇਤਲਾਹ ਆਈ ਸੀ ਵੀ ਐਵੇਂ ਕਰਕੇ ਗੁਰਦੁਆਰੇ 'ਚ ਜਿਹੜਾ ਉੱਥੋਂ ਦਾ ਪਾਠੀ ਹੈ ਉਹਨੇ ਇੱਕ ਬੱਚੀ ਨਾਲ ਗਲਤ ਹਰਕਤ ਕੀਤੀ ਹੈ। ਅਸੀਂ ਦੀ ਮੌਕੇ 'ਤੇ ਪਹੁੰਚ ਕੇ ਬੰਦੇ ਨੂੰ ਅਰੈਸਟ ਕੀਤਾ ਤੇ ਉਹਦੇ 'ਤੇ FIR ਦਰਜ ਕੀਤੀ ਹੈ ਜੀ। ਪੋਸਕੋ ਐਕਟ ਨਾਲ ਪੋਕਸੋ ਐਕਟ ਨਾਲ ਤੇ 354 ਹੈ ਤੇ 354 ਦੀ ਧਾਰਾ ਲਾਈ ਹੈ IPC ਦੀ ਤੇ ਬੰਦੇ ਨੂੰ ਅਰੈਸਟ ਕਰ ਲਿਆ ਤੇ ਅੱਜ ਪੇਸ਼ ਕਰ ਰਹੇ ਹਾਂ ਮੈਜਿਸਟ੍ਰੇਟ ਸਾਹਮਣੇ। ਬੱਚੇ ਨੇ ਆਪ ਆ ਕੇ ਦੱਸਿਆ ਸੀ ਤੇ ਵੀ ਮੇਰੇ ਨਾਲ ਇਹ ਗਲਤ ਹੋ ਗਈ। ਬੱਚੇ ਦੇ ਚਾਚੇ ਦੇ ਬਿਆਨ ਤੇ ਸੀ ਪਰਚਾ ਦਿੱਤੇ। ਬੱਚੇ ਦੀ ਉਮਰ ਕਿੰਨੀ ਕੁ ਹੈ ਜੀ? ਬੱਚੇ ਦੀ ਉਮਰ 9 ਸਾਲ ਦੇ ਕਰੀਬ ਹੈ ਜੀ, 9-10। ਇਹ ਪੂਰਾ ਵਾਕਿਆ ਹੋਇਆ ਕੀ ਹੈ ਜੀ? ਬੱਚੇ ਅਸਲ 'ਚ 10ਵੀਂ ਦਾ ਜਿਹੜਾ ਆਪਣਾ ਸੀਗਾ 10ਵੀਂ ਤੇ ਗੁਰਦੁਆਰੇ ਗਏ ਸੀ ਆਪਣੇ ਚਾਚੇ ਨਾਲ ਤੇ ਉਹ ਬੱਚੀ ਖੇਡਦੀ ਉੱਧਰ ਚਲੀ ਗਈ ਤੇ ਉਹਨੇ ਆ ਕੇ ਆਪਣੇ ਚਾਚੇ ਨੂੰ ਦੱਸਿਆ ਵੀ ਇਹ ਮੇਰੇ ਨਾਲ ਵੀ ਉਹਨੇ ਗਲਤ ਹਰਕਤ ਕੀਤੀ ਹੈ। ਤੇ ਉਹ ਜਦੋਂ ਉੱਥੇ ਉਹਦੇ ਕੋਲ ਪੁੱਛਣ ਗਏ ਤਾਂ ਉਹ ਥੋੜ੍ਹਾ ਜਿਹਾ ਟਲਣ ਲੱਗਿਆ ਤੇ ਭੱਜਣ ਲੱਗਿਆ ਤੇ ਉੱਥੇ ਪਿੰਡ ਦੇ ਲੋਕਾਂ ਨੇ ਉਹਨੂੰ ਘੇਰ ਲਿਆ ਵੀ ਪੁੱਛਣ ਲੱਗੇ ਉਹ ਤੋਂ। ਫਿਰ ਸਾਨੂੰ ਫੋਨ ਕਰਤਾ ਸੀ, ਅਸੀਂ ਮੌਕੇ 'ਤੇ ਚਲੇ ਗਏ ਸੀ। ਇਹ FIR ਰਜਿਸਟਰ ਤੁਹਾਡੀ ਪੁੱਛਤਾਛ 'ਚ ਮੰਨਿਆ ਜੀ? ਹਾਂਜੀ ਮੰਨਿਆ, ਉਹਨੇ ਗਲਤੀ ਮੰਨ ਲਈ। ਪੰਜਾਬ ਹੀ ਨਹੀਂ, ਹਿੰਦੁਸਤਾਨ ਦੀ ਰਾਜਨੀਤੀ ਦੇ ਬਾਬਾ ਬੋੜ ਅਖਵਾਉਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਏਮਜ਼ ਹਸਪਤਾਲ ਦੇ ਵਿੱਚ ਆਪਣੀ ਸਿਹਤ ਦੀ ਜਾਂਚ ਕਰਵਾਉਣ ਪਹੁੰਚੇ। ਉਂਝ ਵੀ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸੁਰੱਖਿਆ 'ਚ ਲੱਗਿਆ ਸਟਾਫ ਉਹਨਾਂ ਨੂੰ ਚੱਲਣ ਫਿਰਨ 'ਚ ਸਹਾਰਾ ਦਿੰਦਾ ਆ ਰਿਹਾ ਹੈ, ਪਰ ਫਿਰ ਵੀ ਉਹਨਾਂ ਨੂੰ ਜਾਂਚ ਲਈ ਗੱਡੀ ਤੋਂ ਡਾਕਟਰ ਦੇ ਕੈਬਿਨ ਤੱਕ ਵੀਲ ਚੇਅਰ ਤੇ ਲਿਜਾਇਆ ਗਿਆ। ਉਹਨਾਂ ਕੋਵਿਡ ਕਾਲ ਦੌਰਾਨ ਸਵੈ ਹਿਫਾਜ਼ਤ ਲਈ ਦਸਤਾਨੇ ਅਤੇ ਮਾਸਕ ਪਾਏ ਹੋਏ ਸੀ। ਬਾਦਲ ਕਿਹੜੀ ਜਾਂਚ ਕਰਵਾਉਣ ਆਏ ਸੀ, ਇਸ ਬਾਰੇ ਏਮਜ਼ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਹੈ। ਕਿਸਾਨ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਪਣਾ ਪ੍ਰਦਰਸ਼ਨ ਤੇਜ਼ ਕਰ ਰਹੇ ਨੇ, ਜਿਸ ਦੇ ਤਹਿਤ ਅੱਜ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਗੱਡੀਆਂ ਤੇ ਦਿੱਲੀ ਲਈ ਰਵਾਨਾ ਹੋ ਗਏ। ਕਿਸਾਨ ਉੱਥੇ ਇੱਕ ਹਫ਼ਤਾ ਲੰਗਰ ਦੀ ਸੇਵਾ ਕਰਨਗੇ। ਇਹ ਕਾਫਲਾ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਅੱਗੇ ਵਧਿਆ ਹੈ। ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਰਨਾਲ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਨੇ ਤਾਂ ਜੋ ਦਿੱਲੀ ਵਿੱਚ ਕਿਸਾਨ ਅੰਦੋਲਨ 'ਚ ਵੱਖ-ਵੱਖ ਜ਼ਿਲ੍ਹਿਆਂ ਦੀ ਹਾਜ਼ਰੀ ਜਾਰੀ ਰਹੇ। ਉਨ੍ਹਾਂ ਕਿਹਾ ਕਿ ਕੋਰੋਨਾ ਕਿਸਾਨ ਨਹੀਂ, ਸਰਕਾਰ ਫੈਲਾ ਰਹੀ ਹੈ। ਸਰਕਾਰ ਆਪਣੇ ਨਿਕੰਮੇਪਣ ਨੂੰ ਲੁਕਾਉਣ ਦੇ ਲਈ ਕਿਸਾਨਾਂ ਤੇ ਦੋਸ਼ ਲਗਾ ਰਹੀ ਹੈ। ਸੀਨੀਅਰ ਕਪਤਾਨ ਪੁਲਿਸ ਭਾਗਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਪੁਲਿਸ ਨੇ ਪਾਕਿਸਤਾਨ ਤੋਂ ਆਈ 65 ਕਰੋੜ ਦੇ ਮੁੱਲ ਦੀ ਹੈਰੋਇਨ ਵੱਡੀ ਖੇਪ ਵਜੋਂ ਬਰਾਮਦ ਕੀਤੀ।
ਇਹ ਹੈਰੋਇਨ ਦੀ ਖੇਪ ਹਿੰਦ ਪਾਕ ਬਾਰਡਰ ਤੋਂ ਸਥਿਤ ਬਸਤੀ ਰਾਮਲਾਲ BSF ਚੌਕੀ ਦੇ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਨਸ਼ਾ ਤਸਕਰ ਦੀ ਪਛਾਣ ਹਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਗੰਦੂ ਕਿਲਚਾ ਪੁਲਿਸ ਥਾਣਾ ਮਮਦੋਟ ਵਜੋਂ ਹੋਈ ਹੈ। ये फिरोजपुर पुलिस की जो एंटी नारकोटिक सैल है ਉਹਦੇ ਕੋਲੋਂ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਹੈਗਾ ਉਹ ਨਸ਼ੇ ਕਰਨ ਦਾ ਕਾਰੋਬਾਰ ਕਰਨ ਦਾ ਆਦੀ ਹੈਗਾ। 19 ਮਈ ਨੂੰ ਜੋ ਇਨਫੋਰਮੇਸ਼ਨ ਸਾਡੀ ਡਿਵੈਲਪ ਹੋਈ तो साढ़े इंचार्ज जो नारकोटिक सैल के परमिंदर सिंह बाजवा और DSP डी साहब हैगे उन्होंने जो बस अड्डा पिंड कड़मा वहाँ एक मोटरसाइकिल पर जांदे बंदे ਨੂੰ काबू किया तो ਉਹਦੇ ਕੋਲੋਂ टोटल 180 ग्राम हेरोइन ਅਸੀਂ बरामद की हैगी। उसके बिहार पे ਅਸੀਂ FIR नंबर 44 19 मई को थाना ममदोट ਦੇ ਵਿੱਚ दर्ज की हैगी। जो अक्यूज पकड़ा सी उसका नाम हरपाल सिंह हैगा पुत्र चरणजीत सिंह वासी पिंड गंदू किलचा थाना ममदोट। इसकी 23 साल की उम्र हैगी। बाद में फिर हम इसको ढूंगाई नाल पूछताछ की तो इसने दस्या कि मेरा एक और कंसाइनमेंट आने वाला हैगा। तो इसके कीते हुए इंसाफ मुताबिक आज 23 मई 2021 ਨੂੰ 116 बटालियन BSF के साथ जॉइंट ऑपरेशन करके हमने उस कंसाइनमेंट को पकड़ने के बीच कामयाबी हासिल की हैगी। 116 बटालियन के कमांडेंट साहब भी मेरे नाल बैठे हैगे। उसके बाद में जो कंसाइनमेंट थी वो टोटल 12 किलो 850 ग्राम की कंसाइनमेंट थी। एक प्लास्टिक के बोरे दे विच असी रिकवर की हैगी। तो टोटल रिकवरी 13 किलो 30 ग्राम हेरोइन की हैगी जिसकी मार्केट वैल्यू अप्रॉक्सीमेट 65 करोड़ हैगी। इस दोषी का हमने 5 दिन का पुलिस रिमांड 19 तारीख से ही चल रहा हैगा। तो ये फिरोजपुर पुलिस की एंटी नारकोटिक्स सेल और 116 बटालियन BSF फिरोजपुर की एक बहुत बड़ी कामयाबी हैगी। सर इसने ये बताया कि ये पाकिस्तान में कैसे मंगवा रहा, कैसे आ रही थी इसकी? देखो इनके लिंक हैगे पाकिस्तान से तभी कोई चीज़ आ रही हैगी। ऐसे इसके जो टेक्निकल डाटा इसका एनालिसिस कर रहे हैं इसके मोबाइल असी रिकवर किया हैगा। उसका टेक्निकल विंग ਨੂੰ भेज के इसका पूरा एनालिसिस करेंगे कि ये किन किन के नाल संपर्क में था। सर इन्होंने अगे कितने दी हैगी या पहले कोई और मुकदमे दर्ज है इसके ऊपर? इसके ऊपर साढ़े डिस्ट्रिक्ट के अंदर तो अभी तो कोई मुकदमा नहीं है, लेकिन जो इसका एक रियल ब्रदर हैगा जसविंदर सिंह उसके ऊपर 2 किलो हेरोइन का मुकदमा हैगा। 2017 से ही वो फिरोजपुर जेल के अंदर बंद हैगा। सर पेमेंट एनी पेमेंट किमें दिंदा सी जी? वो अभी चेक कर रहे हैं कि इतना बड़ा कंसाइनमेंट आया तो इनका क्या सिस्टम चलता हैगा ड्रग का, वो पूरा अभी वेरीफाई कर रहे हैं। गाड़ी बन चुकी बस्ती रामलाल, इससे पहले भी 5-7 किलो पकड़ी गई थी रामलाल से, पुलिस नहीं पकड़ी थी। देखो पुलिस और BSF दोनों इस काम में जुटे हुए है। तो देख रहे हैं कि रेगुलर असी रिकवरी कर रहे हैं। सर ये कहाँ सप्लाई हो सकती थी मुझे पता लगा? देखो वो तो अब उससे पूछताछ करने पे डिटेल मालूम होगा। अभी तो आज पकड़ के लाए हैं, उसके बाद डिटेल इसके वेरीफाई कर रहे हैं। ਤਰਨਤਾਰਨ ਦੇ ਪਿੰਡ ਨਰੰਗਾਬਾਦ ਵਿਖੇ ਇੱਕ ਕਲਯੁਗੀ ਬੇਟੇ ਵੱਲੋਂ ਜ਼ਮੀਨ ਦੇ ਟੁਕੜੇ ਲਈ ਆਪਣੀ ਬਜ਼ੁਰਗ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਤਰਨਤਾਰਨ ਦੇ ਮੁਰਾਦਪੁਰ ਨਿਵਾਸੀ ਸਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਆਪਣੀ ਧੀ ਅਤੇ ਜਵਾਈ ਕੋਲ ਪਿੰਡ ਨਰੰਗਾਬਾਦ ਗਈ ਹੋਈ ਸੀ। ਮ੍ਰਿਤਕ ਦੀ ਧੀ ਅਤੇ ਜਵਾਈ ਨੇ ਦੱਸਿਆ ਕਿ ਸਵਿੰਦਰ ਕੌਰ ਦਾ ਬੇਟਾ ਕਾਰਜ ਸਿੰਘ ਸਵਿੰਦਰ ਕੌਰ ਦੇ ਹਿੱਸੇ ਦੀ 10 ਕਨਾਲ ਜ਼ਮੀਨ ਆਪਣੇ ਨਾਮ ਲਵਾਉਣ ਲਈ ਉਸ ਨਾਲ ਅਕਸਰ ਹੀ ਕਲੇਸ਼ ਕਰਦਾ ਸੀ, ਪਰ ਸਵਿੰਦਰ ਕੌਰ ਨੇ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਲੜ ਕੇ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਸਵਿੰਦਰ ਕੌਰ ਉਹਨਾਂ ਦੇ ਕੋਲ ਆ ਕੇ ਰਹਿ ਰਹੀ ਸੀ। ਬੇਟੇ ਦੇ ਨੂੰ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ। इस दौरान कारज सिंह ने सविंदर कौर की हत्या करके मौके तो फरार हो गया। पुलिस फिलहाल मामले की जांच कर रही है। सविंदर कौर वाइफ ऑफ हरमुख सिंह कास्ट जट VPO नरंगाबाद, ये जी लेडी सी ये अपना नीयर अबाउट 65 साल की सी। ये अपनी बेटी कोल नरंगाबाद रह रही सी ते जिहड़ा इहदा बेटा कारज सिंह सन ऑफ हरमुख सिंह जिन्हें आके ये अपनी मदर से गोली मारी है, जिहदे उत्ते रात ही अहीं मुकदमा दर्ज कर दिता गया 302 ते नाल आर्म एक्ट ते FIR दर्ज कर दी गई। दोषी के भगौड़ा वा जी जल्द फड़ के लै जाऊगा। किस वजह से गोली चलाई? कोई इन्हां दा इन्हां ना पैली दा कोई डिस्प्यूट सी जिहड़ा इन्हां दा जिहदे कारण इन्हां दी आपस विच ये माता नूं मारिया इन्हें अपनी नूं। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਅਪਡੇਟ ਦੇ ਲਈ ਲਗਾਤਾਰ ਜੁੜੇ ਰਹੋ ਅਜੀਤ ਵੈਬ TV ਦੇ ਨਾਲ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ
ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।